ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਦਾ ਦਾਸ ਤਹਿ ਦਿਲੋਂ ਇਸਤਕਬਾਲ ਕਰਦਾ ਹੈ, ਨਿੱਘਾ ਸਵਾਗਤ ਕਰਦਾ ਹੈ ਅਤੇ ਉਮੀਦ ਕਰਦਾ ਆਪ ਸਭ ਰਾਜੀ ਖੁਸ਼ੀ ਖੈਰੀਅਤ ਵਿੱਚ ਹੋਵੋਗੇ। ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਫੇਰ ਇੱਕ ਨਵਾਂ ਸੁਗੜ ਵਿਚਾਰ ਲੈ ਕੇ ਆਪ ਵਿੱਚ ਹਾਜ਼ਰ ਹੋਏ ਹਾਂ, ਜਿਸ ਦਾ ਸਿਰਲੇਖ ਹੈ ਆਓ ਪੜ੍ਹਿਆ ਵਿਚਾਰੀਏ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਤਰਾਂ ਨਾਲ ਆਗਾਜ਼ ਕਰਦੇ ਹਾਂ। ਪੜ੍ਹ ਪੜ੍ਹ ਕੇ ਵੇਦ ਕਿਤਾਬਾਂ, ਫਾਜ਼ਿਲ ਪਿਆ ਦੱਸਦਾ ਏ, ਰੱਟਣ ਵਿੱਚ ਹੁਸ਼ਿਆਰ ਬੜਾ ਏ, ਪਿਆ ਅਮਲੋਂ ਕਾਤੋਂ ਨੱਸਦਾ ਏ। ਪੜ੍ਹਿਆਂ ਹੱਥ ਭੇਦ ਨਹੀਂ ਆਉਂਦੇ, ਪੜ੍ਹਿਆਂ ਹੱਥ ਭੇਦ ਨਹੀਂ ਆਉਂਦੇ, ਬਿਨ ਭੇਦੋਂ ਗੁੰਝਲ ਫਸਦਾ ਏ। ਮਨਸੂਰ ਆਪਣਾ ਪੜ੍ਹਿਆ ਜੋ ਵਿਚਾਰੇ, ਜਾਂ ਘਰ ਅਮਲਾਂ ਦੇ ਵਸਦਾ ਏ, ਜਾਂ ਘਰ ਅਮਲਾਂ ਦੇ ਵਸਦਾ ਏ। ਲਿਖਿਆ ਹੋਇਆ ਪੜ੍ਹਨਾ ਭਾਵ ਰੀਡ ਕਰਨਾ ਤਾਂ ਸਾਨੂੰ ਸਭ ਨੂੰ ਆਉਂਦਾ ਹੈ, ਸਿਰਫ ਉਹਨਾਂ ਲੋਕਾਂ ਨੂੰ ਛੱਡ ਕੇ ਜੋ ਕਦੇ ਸਕੂਲ ਨਹੀਂ ਗਏ। ਅਤੇ ਕੁਝ ਪੁਰਾਣੇ ਦਹਾਕੇ ਦੇ ਅਜਿਹੇ ਲੋਕ ਵੀ ਨੇ ਜੋ ਬਿਨਾਂ ਸਕੂਲ ਗਏ ਆਪਣੀ ਮਾਤਰ ਭਾਸ਼ਾ ਨੂੰ ਪੜ੍ਹਨਾ ਜਾਣਦੇ ਨੇ। ਪੜ੍ਹਨਾ ਭਾਵ ਰੀਡ ਕਰਨਾ, ਲਿਖੇ ਹੋਏ ਨੂੰ ਪੜ੍ਹ ਲੈਣਾ ਜਿਉਂ ਦਾ ਤਿਉਂ ਬਹੁਤ ਸੌਖਾ ਹੈ, ਪਰ ਜੋ ਅਸੀਂ ਪੜ੍ਹਦੇ ਹਾਂ ਉਸ ਨੂੰ ਵਿਚਾਰਨਾ, ਉਸ 'ਤੇ ਵਿਚਾਰ ਕਰ ਲੈਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਜੋ ਅਸੀਂ ਪੜ੍ਹਦੇ ਹਾਂ ਉਸ ਨੂੰ ਵਿਚਾਰਨ ਲਈ ਬੁੱਧੀ ਦੀ ਜ਼ਰੂਰਤ ਹੁੰਦੀ ਹੈ ਤੇ ਅਕਲੋਂ ਉੱਠਦੀ ਸੂਝ ਸਮਝ ਨਾਲ ਹੀ ਪੜ੍ਹੇ ਹੋਏ ਤੇ ਵਿਚਾਰ ਕੀਤੀ ਜਾਂਦੀ ਹੈ ਤੇ ਉਹ ਵਿਚਾਰ ਹੀ ਆਪ ਦੀ ਗਹਿਰਾਈ ਚੋਂ ਸੂਝ ਨੂੰ ਕੱਢਦੀ ਹੈ। ਤੇ ਜਦੋਂ ਵਿਚਾਰ ਕੀਤੀ ਜਾਂਦੀ ਹੈ ਤੇ ਇਹ ਵਿਚਾਰ ਵਿਚਾਰਨ ਵਾਲੇ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ ਤੇ ਹੋਰਾਂ ਤੇ ਵੀ ਪਰ ਉਪਕਾਰ ਕਰਦੀ ਹੈ। ਅਸੀਂ ਅਕਸਰ ਹੀ ਸਕੂਲਾਂ ਵਿੱਚ ਲਿਖਿਆ ਪੜ੍ਹਦੇ ਹਾਂ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਸਕੂਲੀ ਪੜ੍ਹਾਈ ਨੂੰ ਹੀ ਸਿਰਫ ਪੜ੍ਹਨਾ ਨਹੀਂ ਆਖਿਆ ਜਾ ਸਕਦਾ। ਪੜ੍ਹਾਈ ਦੇ ਬਹੁਤ ਤਲ ਨੇ। ਪੜ੍ਹਾਈ ਹਰ ਖੇਤਰ ਵਿੱਚ ਹੈ, ਪੜ੍ਹਾਈ ਹਰ ਕਲਾ ਵਿੱਚ ਹੈ, ਪੜ੍ਹਾਈ ਹਰ ਕਲਾ ਦੇ ਗੁਰ ਵਿੱਚ ਵੀ ਹੈ, ਗਿਆਨ ਵਿੱਚ ਵੀ ਹੈ। ਪੜ੍ਹਾਈ ਸੰਸਾਰ ਦੀ ਵੀ ਹੈ, ਪੜ੍ਹਾਈ ਨਿਰੰਕਾਰ ਦੀ ਵੀ ਹੈ। ਪਰ ਪੜ੍ਹ ਕੇ ਪੜ੍ਹੇ ਨੂੰ ਜਿਉਂ ਦਾ ਤਿਉਂ ਛੱਡ ਦੇਣਾ ਕਦੀ ਲਾਹੇਵੰਦ ਨਹੀਂ ਹੁੰਦਾ। ਪੜ੍ਹੇ ਹੋਏ ਦੀ ਵਿਚਾਰ ਹੀ ਜੀਵ ਨੂੰ ਉੱਚੀਆਂ ਚੁੱਕਦੀ ਹੈ। ਕਹਿਣ ਤੋਂ ਭਾਵ ਕਿ ਇਨਸਾਨ ਚਾਹੇ ਕੋਈ ਵੀ ਵਿਦਿਆ ਗ੍ਰਹਿਣ ਕਰੇ, ਚਾਹੇ ਉਹ ਸੰਸਾਰੀ ਹੋਵੇ ਚਾਹੇ ਉਹ ਰੂਹਾਨੀ, ਜਦ ਤੱਕ ਉਹ ਵਿਚਾਰ ਅਧੀਨ ਨਹੀਂ ਲੈ ਕੇ ਆਉਂਦਾ ਉਦੋਂ ਤੱਕ ਉਹ ਪਰ ਉਪਕਾਰੀ ਯਾਨੀ ਭਲਾਈ ਕਰਨ ਵਿੱਚ ਸਹਾਈ ਨਹੀਂ ਹੁੰਦੀ। ਨਾ ਤੇ ਉਸ ਨਾਲ ਉਸ ਦਾ ਖੁਦ ਦਾ ਭਲਾ ਹੁੰਦਾ ਹੈ ਅਤੇ ਨਾ ਹੀ ਉਹ ਕਿਸੇ ਹੋਰ ਦਾ ਭਲਾ ਕਰ ਸਕਦਾ। ਜਿਵੇਂ ਸਕੂਲ ਵਿੱਚ ਬੱਚਾ ਪੜ੍ਹਦਾ ਹੈ ਤੇ ਪੜ੍ਹੇ ਹੋਏ ਨੂੰ ਵਿਚਾਰਦਾ ਨਹੀਂ, ਉਸ ਨੂੰ ਪੂਰਾ ਆਪ ਦੀ ਸੋਚ ਵਿੱਚ ਨਹੀਂ ਪਾਉਂਦਾ ਤੇ ਉਸ ਨੂੰ ਪੜ੍ਹੇ ਹੋਏ ਦੀ ਸਮਝ ਪੂਰੀ ਨਹੀਂ ਲੱਗਦੀ। ਤੇ ਜੇਕਰ ਪੜ੍ਹੇ ਹੋਏ ਦੀ ਸਮਝ ਹੀ ਨਹੀਂ ਲੱਗਦੀ ਤਾਂ ਫਿਰ ਉਹ ਪੜ੍ਹਿਆ ਹੋਇਆ ਉਸ ਤੇ ਕਿਸੇ ਕੰਮ ਨਹੀਂ ਤੇ ਨਾ ਹੀ ਉਹ ਇਸ ਪੜ੍ਹੇ ਨਾਲ ਕਿਸੇ ਹੋਰ ਨੂੰ ਪੜ੍ਹਾ ਸਕਦਾ ਹੈ, ਨਾ ਹੀ ਕਿਸੇ ਹੋਰ ਦਾ ਭਲਾ ਕਰ ਸਕਦਾ। ਇਹ ਪੜ੍ਹਾਈ ਸਿਰਫ ਕਾਗਜ਼ੀ ਡਿਗਰੀ ਹਾਸਲ ਕਰਕੇ ਅਲਮਾਰੀ ਵਿੱਚ ਰੱਖਣ ਤੱਕ ਸੀਮਿਤ ਰਹਿ ਜਾਂਦੀ ਹੈ। ਇਹੋ ਹਾਲ ਸਾਡਾ ਹੈ, ਰੂਹਾਨੀ ਕਹਿ ਲਓ ਜਾਂ ਫਿਰ ਪਰਮਾਰਥੀ ਤਲ ਦੀ ਪੜ੍ਹਾਈ ਕਰਨ ਵਾਲਿਆਂ ਦਾ। ਇੱਥੇ ਅਸੀਂ ਧਾਰਮਿਕ ਗ੍ਰੰਥਾਂ ਵਿੱਚ ਦਰਜ ਕੀਤੇ ਹੋਏ ਅਨੇਕਾਂ ਵਾਕਾਂ ਨੂੰ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ ਅਤੇ ਪੜ੍ਹ ਕੇ ਉਸ ਤਰ੍ਹਾਂ ਹੀ ਛੱਡ ਦਿੰਦੇ ਹਾਂ। ਜੇ ਉਸ ਨੂੰ ਵਿਚਾਰਦੇ ਨਹੀਂ ਤਾਂ ਫਿਰ ਸਾਨੂੰ ਵੀ ਇਹਨਾਂ ਦਾ ਲਾਭ ਨਹੀਂ ਹੋਣਾ, ਭਾਵੇਂ ਸਾਰੀ ਉਮਰ ਪੜ੍ਹਦੇ ਰਹੀਏ। ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ। ਹੁਣ ਜੋ ਅਸੀਂ ਪੜ੍ਹਦੇ ਹਾਂ ਉਹਨਾਂ ਅੱਖਰਾਂ ਵਿੱਚ, ਉਹਨਾਂ ਅੱਖਰਾਂ ਦੇ ਜੋੜ ਤੋਂ ਬਣੇ ਲਫ਼ਜ਼ਾਂ ਵਿੱਚ, ਲਫ਼ਜ਼ਾਂ ਤੋਂ ਬਣੇ ਵਾਕਾਂ ਵਿੱਚ ਬੜੀ ਗਹਿਰੀ ਸਮਝ ਹੁੰਦੀ ਹੈ। ਤੇ ਜੇਕਰ ਗੁਰੂ ਗੁਰਬਾਣੀ ਦੇ ਲਫ਼ਜ਼ਾਂ ਨੂੰ, ਵਾਕਾਂ ਨੂੰ ਬੜੀ ਬੜੀ ਬਰੀਕੀ ਨਾਲ ਵਾਚੀਏ, ਜਾਚੀਏ ਤਾਂ ਉਹਨਾਂ ਵਿਚਲੀ ਸੂਝ ਸਮਝ ਸਾਡੇ ਅੰਦਰ ਮੌਜੂਦ ਜੋ ਰੂਹਾਨੀ ਸੂਝ ਹੈ ਉਸ ਨੂੰ ਜਾਗਰਤ ਕਰ ਦਿੰਦੀ ਹੈ ਤੇ ਸਾਡਾ ਜੀਵਨ ਬਦਲਣ ਵਿੱਚ ਸਹਾਈ ਹੁੰਦੀ ਹੈ। ਸਾਡੇ ਮਨ ਨੂੰ, ਸਾਡੇ ਆਚਰਣ ਨੂੰ, ਸਾਡੇ ਵਿਚਰਨ ਨੂੰ ਤਬਦੀਲ ਕਰਨ ਦੀ ਸਮਰੱਥਾ ਰੱਖਦੀ ਹੈ, ਜਿਸ ਨਾਲ ਸਾਡਾ ਜੀਵਨ ਪਰਿਵਰਤਨ ਹੋਣ ਲੱਗਦਾ ਹੈ ਤੇ ਇਸੇ ਪੜ੍ਹੇ ਨੂੰ ਵਿਚਾਰਨ ਨਾਲ ਅਸੀਂ ਉਸ ਜੀਵਨ ਵਿੱਚ ਸਹਿਜਤਾ ਸਹਿਤ ਐਂਟਰ ਹੋਣ ਲੱਗਦੇ ਹਾਂ, ਜਿਸ ਬਾਰੇ ਗੁਰੂ ਗੁਰਬਾਣੀ ਫਰਮਾਨ ਹੈ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ। ਸੋ ਪੜ੍ਹਿਆ ਵਿਚਾਰਨ ਦੇ ਅਨੇਕਾਂ ਲਾਭ ਨੇ। ਸਾਡੀ ਸੁਰਤੀ ਬਿਰਤੀ ਸੋਚ ਸਹੀ ਰਸਤੇ ਤੁਰਨ ਲੱਗਦੀ ਹੈ। ਅਸੀਂ ਅਨੇਕਾਂ ਰਾਜ ਰਹੱਸ ਖੋਜਣ ਦੇ ਯੋਗ ਹੋ ਜਾਂਦੇ ਹਾਂ, ਜਿਸ ਬਾਰੇ ਗੁਰੂ ਗੁਰਬਾਣੀ ਫਰਮਾਨ ਹੈ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨਾ। ਸੋ ਆਓ ਗੁਰੂ ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਵੇਦਾਂ ਨੂੰ ਪੜ੍ਹਨ ਦੇ ਨਾਲ ਨਾਲ ਵਿਚਾਰਨਾ ਸ਼ੁਰੂ ਕਰੀਏ। 2 ਸਫ਼ੇ ਭਾਵੇਂ ਘੱਟ ਪੜ੍ਹ ਲਈਏ ਪਰ ਵਿਚਾਰੀਏ ਜ਼ਰੂਰ, ਤਾਂ ਜੋ ਇਹ ਵਿਚਾਰਿਆ ਹੋਇਆ ਸਾਨੂੰ ਸਹੀ ਸੇਧ ਦੇ ਕੇ ਉਸ ਨਿਰਵਿਚਾਰ ਹਸਤੀ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਤੱਕ ਲੈ ਚੱਲੇ। ਅਤੇ ਇਸ ਗੁਰੂ ਗੁਰਬਾਣੀ ਫਰਮਾਨ ਤੇ ਗੌਰ ਕਰਦੇ ਹੋਏ ਪੜ੍ਹੇ ਨੂੰ ਵਿਚਾਰੀਏ ਤੇ ਆਪ ਦਾ ਜੀਵਨ ਸਵਾਰੀਏ। ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੇ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।